स्वागत। दर्शकों कहते हैं कि व्यक्ति समाज की इकाई है। चंगे ते उसारू ते सुहिरद समाज दे लई चंगा व्यक्ति होना जरूरी है। चंगा व्यक्ति बनने दे लई की जरूरी है? चंगे विचार। चंगे विचार सानू मिलते हैं ਸਾਹਿਤ ਤੋਂ, और ਸਾਹਿਤ ਦੀ ही एक वनगी है जिन्हों असी कहने आ कहानी। अज असी पंजाबी कहानी के बारे गल करांगे, पंजाबी कहानी के सफ़र के बारे गल करांगे, जिहदे तो विचार मिलते हैं, विचार तो विचारवान व्यक्ति बनता है, तो विचारवान व्यक्ति तो एक सुहिरद समाज सिरजिया जाता है। सो समाज के सिरजण दे विच एक साहित्यकार और कहानी ये किवें जुड़ते हैं, आओ ये बारे गल करते हैं। साडे कोल अज पंजाबी साहित्यकार, पंजाबी कहानी दे विच एक उगा नाम डॉक्टर सुखपाल थिंद मौजूद ने। आपने 6 किताबां लिखियां ने और उहदे नाल नाल बहुत सारे इनामो इकराम इन्हां दी झोली दे विच ने। बहुत बहुत स्वागत करते हैं डॉक्टर साहब साडे स्टूडियो। शुक्रिया जी। अज जदों असीं पंजाबी कहानी दे सफ़र की गल करते हैं ਤਾਂ शुरुआत असीं कित्थों करिए कि असीं कित्थों मंनदे आ कि पंजाबी कहानी दे सफ़र की शुरुआत जिहड़ी है वो कित्थों हुंदी है? वैसे तो ਜਦੋਂ ਵਿਦਵਾਨਾਂ ਦੇ ਪੱਖ ਤੋਂ ਆਪਾਂ ਪੰਜਾਬੀ ਕਹਾਣੀ ਬਾਰੇ ਸੋਚਦੇ ਹਾਂ ਜਾਂ ਉਹਦੇ ਬਾਰੇ ਪੜ੍ਹਦੇ ਮਤਲਬ ਉਹਨੂੰ ਦੇਖਦੇ ਹਾਂ ਤਾਂ ਪੰਜਾਬੀ ਕਹਾਣੀ ਜਿਹੜੀ ਹੈ ਉਹ 1 ਸਦੀ ਤੋਂ ਉੱਪਰ ਦਾ ਸਫ਼ਰ ਤੈਅ ਕਰ ਚੁੱਕੀ ਹੈ। ਉਹ ਕਹਾਣੀ ਜਿਹਨੂੰ ਅਸੀਂ ਕਹਾਣੀ ਕਹਿੰਦੇ ਆ, ਖਾਸ ਤੌਰ 'ਤੇ ਜਿਹੜੀ ਇਹ ਕਹਾਣੀ ਜਿਹੜੀ ਸ਼ਾਰਟ ਸਟੋਰੀ ਅੰਗਰੇਜ਼ੀ ਦਾ ਜਿਹੜਾ ਅਨੁਵਾਦਿਤ ਸ਼ਬਦ ਹੈ ਕਹਾਣੀ, ਉਹ ਕਹਾਣੀ ਵੈਸੇ ਤਾਂ ਜਿਹੜੀ ਕਹਾਣੀ ਹੈ ਉਹ ਤਾਂ ਜਦੋਂ ਦੀ ਕਹਿੰਦੇ ਮਨੁੱਖ ਦੀ ਹੋਂਦ ਹੈ ਨਾ, ਉਦੋਂ ਉਹਦੇ ਨਾਲ ਹੀ ਕਹਾਣੀ ਪੈਦਾ ਹੋ ਗਈ ਸੀ। ਜਿਹੜਾ ਖਿੱਤੇ 'ਚ ਕੋਈ ਬੰਦਾ ਰਹਿੰਦਾ ਹੈ, ਕੋਈ ਵਿਅਕਤੀ ਵਿਸ਼ੇਸ਼ ਰਹਿੰਦਾ ਹੈ, ਉਹਦੇ ਉਸ ਭਾਸ਼ਾ ਦੇ ਅਨੁਰੂਪ ਜਿਹੜੀ ਕਹਾਣੀ ਆ ਉਹ ਸਦਾ ਤੋਂ ਹੀ ਰਹੀ ਆ, ਉਹ ਮੁੱਢ ਕਦੀਮ ਤੋਂ ਹੀ ਹੈ। ਪਰ ਆਪਾਂ ਜਿਹੜੀ ਕਹਾਣੀ ਦੀ ਗੱਲ ਕਰਦੇ ਹਾਂ, ਜਿਹੜੀ ਪੰਜਾਬੀ ਕਹਾਣੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਹੁਨਰੀ ਨਿੱਕੀ ਕਹਾਣੀ ਵੀ ਜਿਹਨੂੰ ਕਹਿ ਦਿੱਤਾ ਜਾਂਦਾ ਹੈ, ਉਹਦਾ ਸਫ਼ਰ ਜਿਹੜਾ ਹੈ ਉਹ 1 ਸਦੀ ਤੋਂ ਉੱਪਰ ਦਾ ਜਿਹੜਾ ਸਫ਼ਰ ਹੈ। ਖਾਸ ਤੌਰ 'ਤੇ ਜਿਹੜੀ 20ਵੀਂ ਸਦੀ ਦਾ ਜਿਹੜਾ ਪਹਿਲਾ ਦਹਾਕਾ ਸੀ ਉਹਦੇ ਵਿੱਚ ਇਹਦੇ ਜਿਹੜੇ ਬੀਜ ਰੂਪ ਦੇ ਵਿੱਚ ਪੰਜਾਬੀ ਕਹਾਣੀ ਦੇ ਜਿਹੜੇ ਬੀਜ ਰੂਪ ਸੀ ਉਹ ਆਉਣੇ ਸ਼ੁਰੂ ਹੋ ਗਏ ਸੀ। ਔਰ 1918 ਦੇ ਵਿੱਚ ਵਿਦਵਾਨਾਂ ਦੀ ਰਾਏ ਹੈ, ਹੁਣ ਇਸ ਗੱਲ 'ਤੇ ਸਹਿਮਤੀ ਵੀ ਬਣਦੀ ਜਾ ਰਹੀ ਹੈ ਕਿ 1918 ਦੇ ਵਿੱਚ ਮੋਹਨ ਸਿੰਘ ਵੈਦ ਹੋਰਾਂ ਦੀ ਕਹਾਣੀ ਹੈ ਸੁਗੜ ਕੌਰ, ਉਹਨੂੰ ਮਤਲਬ ਕਿਹਾ ਜਾਂਦਾ ਕਿ ਜਿਹੜੀ ਲਿਖਤੀ ਰੂਪ 'ਚ ਮੌਜੂਦ ਕਹਾਣੀ ਹੈ ਸਾਡੇ ਕੋਲ ਉਹ ਪੰਜਾਬੀ ਦੀ ਪਹਿਲੀ ਕਹਾਣੀ ਹੋਣ ਦਾ ਉਹਨੂੰ ਮਾਣ ਦਿੱਤਾ ਜਾਂਦਾ। ਤਾਂ ਉਸ ਦੌਰ ਦੇ ਵਿੱਚ ਜਿਹੜਾ ਪਹਿਲਾ ਦੌਰ ਸੀ ਆਜ਼ਾਦੀ ਤੋਂ ਪਹਿਲੋਂ ਵਾਲਾ ਜਿਹੜਾ ਹਿੱਸਾ, ਜਦੋਂ ਖਾਸ ਤੌਰ 'ਤੇ ਸੁਤੰਤਰਤਾ ਸੰਗਰਾਮ ਲਈ ਥੋੜ੍ਹੀ ਥੋੜ੍ਹੀ ਚੇਤਨਾ ਬਣਨੀ ਸ਼ੁਰੂ ਹੋ ਰਹੀ ਸੀ, ਤਾਂ ਉਸ ਵਕਤ ਇਹ ਕਹਾਣੀ ਜਿਹੜੀ ਹੈ ਇੱਕ ਸੁਚੇਤ ਆਸ਼ਾ ਲੈ ਕੇ ਸਮਾਜ ਦੇ ਵਿੱਚ ਕੁਝ ਨਵੀਂ ਚੇਤਨਾ ਦੀ ਗੱਲ ਲੈ ਕੇ ਲੋਕਾਂ ਨੂੰ ਆਜ਼ਾਦੀ ਦੀ ਗੱਲ ਉਹਦੀ ਚਿਣਗ ਦੇਣ ਲਈ ਇਹ ਸਾਰੇ ਆਸ਼ੇ ਲੈ ਕੇ ਖਾਸ ਤੌਰ 'ਤੇ ਮਤਲਬ ਚੇਤਨਾ ਲੋਕਾਂ 'ਚ ਫੈਲਾਉਣ ਦੇ ਪੱਖ ਤੋਂ ਜਿਹੜੀ ਹੈ ਉਹ ਪੰਜਾਬੀ ਕਹਾਣੀ ਦਾ ਜਿਹੜਾ ਬੀਜ ਰੂਪ ਹੈ ਉਹ ਬਣਨਾ ਸ਼ੁਰੂ ਹੁੰਦਾ। ਔਰ ਉਹ ਜਿਹੜਾ ਪਹਿਲਾ ਇਹਦਾ ਆਪਾਂ ਮੰਨਦੇ ਹਾਂ ਦੌਰ ਉਹ 1935 ਤੱਕ ਦਾ ਜਿਹੜਾ ਪਹਿਲਾ ਲਗਭਗ ਤੁਸੀਂ ਕਹਿ ਰਹੇ ਹੋ ਵੀ ਸਾਨੂੰ 1 ਸਦੀ ਹੋ ਗਈ, 100 ਸਾਲ ਤੋਂ ਲਗਭਗ ਜ਼ਿਆਦਾ ਦਾ ਸਫ਼ਰ ਹੋ ਗਿਆ। ਇਸ ਸਫ਼ਰ ਦੇ ਵਿੱਚ ਜ਼ਾਹਿਰ ਤੌਰ 'ਤੇ ਕੁਝ ਅਹਿਮ ਪੜਾਅ ਵੀ ਆਏ ਹੋਣਗੇ ਕਿ ਜਿਹਦੇ 'ਤੇ ਤੁਸੀਂ ਸਮਝਦੇ ਹੋ ਜਾਂ ਤੁਹਾਡੇ ਵਰਗੇ ਵਿਦਵਾਨ ਸਮਝਦੇ ਨੇ ਕਿ ਹਾਂ ਇਹ ਸਾਡੀ ਪੰਜਾਬੀ ਕਹਾਣੀ ਦੇ ਸਫ਼ਰ ਦੇ ਅਹਿਮ ਮੁਕਾਮ ਨੇ, ਅਹਿਮ ਹਾਸਲ ਨੇ। ਉਹ ਤੁਹਾਨੂੰ ਕਿੰਨੇ ਪੜਾਅ ਨਜ਼ਰ ਆਉਂਦੇ ਨੇ ਵੀ ਕਿਹੜੇ ਪੜਾਅ 'ਚੋਂ ਅਸੀਂ ਲੰਘ ਚੁੱਕੇ ਹਾਂ? ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ 1 ਸਦੀ ਦਾ ਸਫ਼ਰ, ਤੇ ਉਸ ਦੇ ਵਿੱਚ ਜੇ ਆਪਾਂ ਸ਼ੁਰੂ ਵਾਲਾ ਦੌਰ ਮੰਨ ਲਈਏ ਤਾਂ ਉਹ ਆਪਾਂ ਜੇ ਇੱਕ ਵੱਢ ਮਾਰਨਾ ਹੋਵੇ ਤਾਂ 1935 ਤੱਕ ਦਾ ਜਿਹੜਾ ਦੌਰ ਹੈ, ਉਸ ਦੌਰ ਤੋਂ ਬਾਅਦ ਪੰਜਾਬੀ ਮਤਲਬ ਇਸ ਦੌਰ ਦੇ ਵਿੱਚ ਸਾਡੇ ਕੋਲ ਚਰਨ ਸਿੰਘ ਸ਼ਹੀਦ, ਮੋਹਨ ਸਿੰਘ ਵੈਦ, ਅਰਜਨ ਸਿੰਘ ਗੜਗੱਜ, ਈਵਨ ਮਤਲਬ ਆਪਣੇ ਗੁਰਮੁਖ ਸਿੰਘ ਮੁਸਾਫਰ, ਇਸ ਕਿਸਮ ਦੇ ਜਿਹੜੇ ਕਹਾਣੀਕਾਰ ਨੇ ਉਹ ਇਸ ਦੌਰ ਦੇ ਵਿੱਚ ਆਪਣੀ ਰਚਨਾ ਜਿਹੜੀ ਹੈ ਉਹ ਕਰਨੀ ਸ਼ੁਰੂ ਕਰਦੇ ਨੇ। ਔਰ ਉਸ ਤੋਂ ਬਾਅਦ ਫਿਰ ਇਹ ਜਿਹੜਾ ਪਹਿਲਾ ਪੜਾਅ ਹੈ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਸੁਚੇਤ ਆਸ਼ਾ ਸੀ, ਮਤਲਬ ਆਸ਼ਾ ਸੀ ਲੋਕਾਂ ਦੇ ਵਿੱਚ ਨਾ ਕੋਈ ਨਵੀਂ ਚੇਤਨਾ ਲੈ ਕੇ ਆਉਣੀ। ਸਾਹਿਤ ਨੂੰ ਇੱਕ ਹਥਿਆਰ ਵਾਂਗ ਹੀ ਕਹਿ ਸਕਦੇ ਹਾਂ ਕਿ ਸਾਹਿਤ ਨੂੰ ਇੱਕ ਹਥਿਆਰ ਵਾਂਗ ਵਰਤਣਾ ਹੈ। ਉਸ ਕਿਸਮ ਦਾ ਮਤਲਬ ਜਿਹੜਾ ਕਹਾਣੀ ਦਾ ਰੂਪ ਸੀ ਮੁੱਢਲਾ,
ਜਿਹਨੂੰ ਕਿ ਆਪਾਂ ਕਲਾਤਮਿਕ ਤੌਰ ਤੇ ਬਾਅਦ ਦੇ ਵਿੱਚ ਜਦੋਂ ਅਸੀਂ ਅੱਜ ਉਹਨੂੰ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਬੇਸ਼ੱਕ ਉਹ ਕਲਾਤਮਿਕ ਤੌਰ ਤੇ ਉਸ ਕਿਸਮ ਦਾ ਪੁਖਤਾ ਰੂਪ ਨਾ ਹੋਵੇ, ਪਰ ਉਹ ਪਹਿਲਾ ਪੜਾਅ ਸਾਡਾ ਬਣਦਾ ਹੈ 1935 ਤੱਕ। ਜਿਹੜਾ ਫਿਰ ਦੂਸਰਾ ਪੜਾਅ ਬਣਦਾ ਹੈ ਜਦੋਂ ਖਾਸ ਤੌਰ ਤੇ ਜਿਹੜੀ ਆਪਾਂ ਨਿੱਕੀ ਹੁਨਰੀ ਕਹਾਣੀ ਜਿਹਨੂੰ ਕਹਿੰਦੇ ਆ, ਜਿਹਦੇ ਨਕਸ਼ ਜਿਹੜੇ ਨੇ ਉਹ ਇੱਕਦਮ ਨਿਖਰਨੇ ਸ਼ੁਰੂ ਹੁੰਦੇ ਆ, ਤੇ ਜਿਹਦੇ ਬਾਰੇ ਸੰਤ ਸਿੰਘ ਸੇਖੋ ਹੋਰਾਂ ਨੇ ਇੱਕ ਵਾਰ ਬੜੀ ਮਜ਼ੇਦਾਰ ਟਿੱਪਣੀ ਕੀਤੀ ਸੀ। ਉਹ ਕਹਿੰਦੇ ਵੀ ਜਿਵੇਂ ਕੋਈ ਸੁੱਟ ਜੀ ਕੁੜੀ ਨਾ ਇੱਕਦਮ ਜਵਾਨ ਹੋ ਜਾਏ ਤਾਂ ਉਹ ਮਤਲਬ ਪੰਜਾਬੀ ਕਹਾਣੀ 'ਚ ਵੀ ਐਵੇਂ ਹੀ ਵਾਪਰਿਆ, ਕਿਉਂਕਿ ਪੰਜਾਬੀ ਕਹਾਣੀ ਦਾ ਹਜੇ ਉਹ ਜਿਹੜੇ ਨਕਸ਼ ਸੀ ਉਹ ਘੜਨੇ ਸ਼ੁਰੂ ਹੋਏ ਸੀ, ਔਰ ਇੱਕਦਮ ਸੰਤ ਸਿੰਘ ਸੇਖੋ ਹੋਰੀ ਆਉਂਦੇ ਨੇ, ਉਹਨਾਂ ਦੇ ਨਾਲ ਕੁਲਵੰਤ ਸਿੰਘ ਵਿਰਕ ਉਸ ਦੌਰ 'ਚ ਆਉਂਦੇ ਨੇ, ਔਰ ਉਹ ਉਸ ਦੌਰ ਦਾ ਬਹੁਤ ਵੱਡਾ ਕਹਾਣੀਕਾਰ ਜਿਹਨੂੰ ਆਪਾਂ ਸ਼੍ਰੋਮਣੀ ਕਹਾਣੀਕਾਰ ਦੇ ਤੌਰ 'ਤੇ ਵੀ ਅੱਜ ਮੰਨਦੇ ਹਾਂ। ਅਤੇ ਉਹ ਕਹਾਣੀਕਾਰਾਂ ਦੀ ਬਦੌਲਤ ਕਰਤਾਰ ਸਿੰਘ ਦੁੱਗਲ ਤਾਂ ਉਹ ਜਿਹੜੀ ਸੁਜਾਨ ਸਿੰਘ, ਉਹ ਸਾਰੀ ਜਿਹੜੀ ਪੀੜ੍ਹੀ ਹੈ ਉਹਨਾਂ ਦੀ ਬਦੌਲਤ ਉਹ ਜਿਹੜਾ ਪੰਜਾਬੀ ਕਹਾਣੀ ਦਾ ਜਿਹੜਾ ਦੂਜਾ ਦੌਰ ਹੈ, ਜਿਹੜਾ ਦੂਜਾ ਪੜਾਅ ਜਿਹੜਾ ਹੈ ਉਹ 1935 ਤੋਂ ਲੈ ਕੇ 1965 ਤੱਕ ਦਾ ਜਿਹੜਾ ਵਿਦਵਾਨ ਨੇ ਉਸ ਨੂੰ ਮਿਥਦੇ ਨੇ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਤੀਜਾ ਪੜਾਅ ਚੱਲ ਪੈਂਦਾ। ਤੀਜੇ ਪੜਾਅ ਦੇ ਵਿੱਚ ਜਿਹੜੀ ਪੰਜਾਬੀ ਕਹਾਣੀ ਹੈ ਉਹ ਇੱਕ ਨਵਾਂ ਮੋੜ ਖਾਂਦੀ ਹੈ, ਕਿਉਂਕਿ ਸਮਾਜ ਦੇ ਵਿੱਚ ਵੱਡੀਆਂ ਤਬਦੀਲੀਆਂ ਵਾਪਰ ਜਾਂਦੀਆਂ। ਕਿਉਂਕਿ ਆਪਾਂ ਇਹ ਗੱਲ ਜਾਣਦੇ ਵੀ ਜਿਹੜਾ ਸਾਹਿਤ ਦਾ ਸੰਬੰਧ ਆ ਉਹ ਸਮਾਜ ਨਾਲ ਹੁੰਦਾ, ਉਹ ਤੋਂ ਪ੍ਰਭਾਵਿਤ ਹੁੰਦਾ ਤੇ ਉਹਨੂੰ ਮੁੜਵੇਂ ਰੂਪ 'ਚ ਪ੍ਰਭਾਵਿਤ ਵੀ ਕਰਦਾ ਹੈ। ਇਹ ਜਿਹੜਾ ਇਹ ਸੰਬੰਧ ਇਸ ਕਿਸਮ ਦਾ ਸਾਹਿਤ ਦਾ ਹਮੇਸ਼ਾ ਹੀ ਹੁੰਦਾ, ਕਹਾਣੀ ਦਾ ਵੀ ਇਵੇਂ ਸੰਬੰਧ ਹੈ। ਆਜ਼ਾਦੀ ਮਿਲ ਚੁੱਕੀ ਹੈ, ਆਜ਼ਾਦੀ ਦਾ ਜਿਹੜਾ ਅਨਾਰ ਸੀ ਪੰਜਾਬੀ ਲੇਖਕਾਂ ਦੇ ਸੋਚ ਮੁਤਾਬਕ ਉਹ ਚੱਲਿਆ ਤੇ ਫੁੱਸ ਹੋ ਗਿਆ। ਉਹ ਉਸ ਕਿਸਮ ਨਾਲ ਖੁਸ਼ ਨਹੀਂ ਹੈ ਸਾਰੇ ਜੋ ਸਮਾਜ 'ਚ ਜਿਸ ਆਸ਼ੇ ਨਾਲ ਲੈ ਕੇ ਆਏ ਸੀ ਆਜ਼ਾਦੀ ਨੂੰ, ਜਾਂ ਜਿਸ ਕਿਸਮ ਦੇ ਸੁਪਨੇ ਸੀ ਉਹ ਪੂਰੇ ਨਹੀਂ ਹੁੰਦੇ, ਉਹ ਖੰਡਿਤ ਹੋ ਜਾਂਦਾ। ਤਾਂ ਉਹ ਇੱਕ ਜਿਹੜੀ ਉਦਾਸੀ ਹੈ ਮਨ ਦੇ ਵਿੱਚ ਜਾਂ ਰਿਸ਼ਤਿਆਂ ਦੇ ਵਿੱਚ ਇੱਕ ਜਿਹੜਾ ਪਰਿਵਰਤਨ ਹੈ ਉਹ ਇਸ ਰੂਪ 'ਚ ਵਰਤਦਾ ਹੈ ਕਿ ਮਨੁੱਖ ਤੋਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਕਿਸਾਨੀ ਦੇ ਆਪਣੇ ਕਿਸਮ ਦੇ ਸੰਕਟ ਜਿਹੜੇ ਨੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਬੇਰੁਜ਼ਗਾਰੀ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਉਹ ਇੱਕ ਉਦਾਸੀਨਤਾ ਜੀ ਸਾਰੇ ਮਾਹੌਲ 'ਚੋਂ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ 'ਚੋਂ ਫਿਰ ਇਸ ਸਾਰੇ ਕੁਝ ਦੇ ਵਿੱਚੋਂ ਜਿਹੜੀ ਤੀਜੇ ਪੜਾਅ ਦੀ ਕਹਾਣੀ ਜਿਹਦੇ ਵਿੱਚ ਸਾਡੇ ਕੋਲ ਮਤਲਬ ਬਹੁਤ ਜਿਹੜੇ ਨਾ ਬੜੇ ਪੁਖਤਾ ਕਿਸਮ ਦੇ ਕਹਾਣੀਕਾਰ, ਉਹ ਤੀਸਰੇ ਪੜਾਅ ਦੇ ਵਿੱਚ ਬਹੁਤ ਵੱਡੇ ਕਹਾਣੀਕਾਰ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ, ਔਰ ਉਹ ਕਹਾਣੀ ਬਹੁਤ ਵਿਕਾਸ ਕਰਦੀ ਹੈ ਇਸ ਦੌਰ ਦੇ ਵਿੱਚ। ਉਹ ਜਿਹੜੀ ਵਿਰਕ ਦੇ ਮਾਡਲ ਦੀ ਕਹਾਣੀ ਸੀ ਨਾ ਕਿ ਜਿਹੜੀ ਸਰਲ ਤੇ ਸਹਿਜ ਬਰਤਾਂਤ ਵਾਲੀ ਕਹਾਣੀ, ਉਹਦੀ ਬਜਾਏ ਬੜੇ ਜਟਲ ਕਿਸਮ ਦਾ ਬਰਤਾਂਤ ਗੁੰਝਲਦਾਰ ਬਣ ਜਾਂਦੀ ਹੈ ਇਸ ਦੌਰ ਦੇ ਵਿੱਚ ਤੀਜੇ ਪੜਾਅ ਦੇ ਵਿੱਚ ਆਉਂਦਾ ਹੈ। ਔਰ ਇਸ ਦੇ ਪੜਾਅ ਦੇ ਵਿੱਚ ਮਤਲਬ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਖਾਸ ਤੌਰ ਤੇ ਨਾ ਜਦੋਂ ਇਸ ਤੋਂ ਪਹਿਲੋਂ ਜਿਹੜੀ ਕਹਾਣੀ ਹੁੰਦੀ ਸੀ ਉਹਦੇ ਵਿੱਚ ਇਸ ਗੱਲ ਤੇ ਜ਼ੋਰ ਹੁੰਦਾ ਸੀ ਵੀ ਅੱਗੇ ਕੀ ਹੋਵੇਗਾ ਹਨਾ, ਇਹ ਗੱਲ ਜਾਣਨ ਦੀ ਜਿਗਿਆਸਾ ਰਹਿੰਦੀ ਸੀ ਇਸ ਤੋਂ ਪਹਿਲੋਂ। ਲੇਕਿਨ ਜਿਹੜਾ ਇਹ ਤੀਜਾ ਪੜਾਅ ਆਉਂਦਾ ਇਹਦੇ 'ਚ ਇਸ ਗੱਲ ਵੱਲ ਜਿਹੜਾ ਫੋਕਸ ਹੋ ਜਾਂਦਾ ਵੀ ਇਹ ਜਿਹੜਾ ਸਾਰਾ ਕੁਝ ਹੈ ਵਾਪਰਿਆ ਕਿਉਂ, ਕਾਰਨ ਕੀ ਸੀ, ਕਾਰਨ ਕੀ ਹੈ। ਲੇਖਕ ਬੰਦੇ ਦੀ ਮਾਨਸਿਕਤਾ ਨੂੰ ਚਿੱਤਰਦਿਆਂ ਹੋਇਆਂ ਉਸ ਮਾਨਸਿਕਤਾ ਦੇ ਪਿਛੋਕੜ 'ਚ ਕੀ ਕੁਝ ਕੰਮ ਕਰ ਰਿਹਾ, ਉਹਦੀ ਬਰੀਕ ਤੋਂ ਬਰੀਕ ਅੱਗੇ ਤੋਂ ਅੱਗੇ ਉਹਦੇ ਬਰੀਕ ਤੋਂ ਬਰੀਕ ਵੇਰਵੇ ਜਿਹੜੇ ਨੇ ਉਹ ਜਿਹੜੇ ਹਨੇਰ ਖੁੰਝੇ ਜਿਨ੍ਹਾਂ ਵੱਲ ਕੋਈ ਚਾਨਣ ਨਹੀਂ ਪਾਉਂਦਾ ਉਹ ਉਹਦੇ ਵੱਲ ਵੀ ਚਾਨਣ ਪਾਉਣਾ ਸ਼ੁਰੂ ਕਰ ਦਿੰਦੇ ਨੇ। ਸਤਹੀ ਪੱਧਰ ਤੋਂ ਅੱਗੇ ਹੇਠਾਂ ਕਈ ਤਹਾਂ ਜਿਹੜੀਆਂ ਨੇ ਉਹ ਫਰੋਲਦੀ ਹੈ ਤੀਜੇ ਪੜਾਅ ਦੀ ਕਹਾਣੀ। ਬਿਲਕੁਲ ਜੀ, ਬਿਲਕੁਲ। ਉਦੋਂ ਗਾਂ ਚੌਥਾ ਪੜਾਅ ਔਰ ਇਹ ਫਿਰ ਸਫ਼ਰ ਜਾਰੀ ਰਹਿੰਦਾ ਹੈ। 1990 ਤੱਕ ਦਾ ਇਹ ਪੜਾਅ ਮੰਨਦੇ ਆ। ਠੀਕ ਹੈ। ਤੇ 1990 ਦੇ ਵਿੱਚ ਵਿਸ਼ਵ ਪੱਧਰ ਤੇ ਬਹੁਤ ਵੱਡੀਆਂ ਤਬਦੀਲੀਆਂ ਆਉਂਦੀਆਂ ਨੇ, ਜਿਹਨੂੰ ਆਪਾਂ ਗਲੋਬਲਾਈਜੇਸ਼ਨ ਕਹਿੰਦੇ ਆ, ਵਿਸ਼ਵੀਕਰਨ, ਆਧਾਰੀਕਰਨ, ਲਿਬਰਲਾਈਜੇਸ਼ਨ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ। ਨਵੀਆਂ ਆਰਥਿਕ ਨੀਤੀਆਂ ਆਉਂਦੀਆਂ ਨੇ ਜਿਹਦੇ ਨਾਲ ਸਮਾਜ 'ਚ ਨਾ ਵੱਡਾ ਜਿਹੜਾ ਤਬਦੀਲੀ ਹੈ, ਵੱਡੀ ਤਬਦੀਲੀ ਜਿਹੜੀ ਉਹ ਵਾਪਰਨੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਤੇ ਇਹਦੇ ਨਾਲ ਜਿਹੜੀ ਕੁਦਰਤੀ ਗੱਲ ਸੀ ਜਦੋਂ ਇਸ ਕਿਸਮ ਦੀਆਂ ਤਬਦੀਲੀਆਂ ਆਉਂਦੀਆਂ, ਔਰ ਇਹਦੇ 'ਚ ਇੱਕ ਹੋਰ ਬਹੁਤ ਵੱਡੀ ਵਿਸ਼ਵ ਪੱਧਰ ਤੇ ਘਟਨਾ ਵਾਪਰਦੀ ਹੈ। ਜਿਹੜਾ ਸੋਵੀਅਤ ਬਲਾਕ ਹੈ ਜਿੱਥੋਂ ਇੱਕ ਵੱਖਰੇ ਕਿਸਮ ਦੀ ਵਿਚਾਰਧਾਰਕ ਚੇਤਨਾ ਜਿਹੜੀ ਜਿਹਦੇ ਤੋਂ ਪੰਜਾਬੀ ਸਾਹਿਤ ਬਹੁਤ ਪ੍ਰਭਾਵਿਤ ਹੈ ਇਸ ਤੋਂ ਪਹਿਲਾਂ, ਬਿਲਕੁਲ ਸਹੀ, ਉਹ ਬਲਾਕ ਢਹਿ ਢੇਰੀ ਹੋ ਜਾਂਦਾ ਹੈ। ਔਰ ਜਿਹੜੀ ਪੂੰਜੀਵਾਦ ਦੀ ਚੜ੍ਹਤ ਹੈ ਉਹ ਸੰਸਾਰ 'ਚ ਇੱਕ ਤਰ੍ਹਾਂ ਨਾਲ ਪੂਰੀ ਚੜ੍ਹਤ ਜਿਹੜੀ ਹੈ ਉਹ ਬੋਲਣ ਲੱਗ ਪੈਂਦੀ ਹੈ। ਔਰ ਇੱਕ ਧਰੂਵੀ ਸਮਾਜ ਜਿਹੜਾ ਹੈ ਜਿਹਨੂੰ ਕਹਿੰਦੇ ਵੀ ਇੱਕ ਤਰ੍ਹਾਂ ਦਾ ਜਿਹੜਾ ਸਮਰਾਜਵਾਦੀ ਸੋਚ ਹੈ ਉਹਦੀ ਚੜ੍ਹਤ ਜਿਹੜੀ ਹੈ ਉਹ ਹਾਵੀ ਹੋ ਜਾਂਦੀ ਹੈ।
ਉਹ ਸਾਰੇ ਕੁਝ ਨੇ ਪ੍ਰਭਾਵਿਤ ਕਰਨਾ ਹੀ ਕਰਨਾ ਹੈ। ਜਦੋਂ ਤੁਹਾਡੀਆਂ ਆਰਥਿਕ ਨੀਤੀਆਂ ਤਬਦੀਲ ਹੋ ਰਹੀਆਂ ਨੇ ਵਿਸ਼ੇਸ਼ ਤੌਰ ਤੇ, ਉਹ ਸਮਾਜ ਦੀ ਜਿਹੜੀ ਸੰਰਚਨਾ ਹੈ ਬਦਲ ਰਹੀ ਹੈ, ਤੇ ਬੰਦੇ ਦੇ ਸੋਚਣ ਦੇ ਢੰਗ ਤਰੀਕੇ ਵੀ ਬਦਲਨੇ ਆ, ਤੇ ਉਹਦੇ ਚੋਂ ਫਿਰ ਚੌਥੇ ਪੜਾਅ ਦੀ ਕਹਾਣੀ ਨਿਕਲਦੀ ਹੈ। ਔਰ ਉਹ ਚੌਥੇ ਪੜਾਅ ਦੀ ਕਹਾਣੀ ਜਿਹੜੀ ਹੈ ਉਹ ਫਿਰ 1990 ਤੋਂ ਲੈ ਕੇ ਤੇ 2010 ਤੱਕ ਉਹਦੀ ਬੜੀ ਚੜ੍ਹਤ ਰਹਿੰਦੀ ਹੈ। ਅੱਛਾ। 2010 ਦੇ ਨੇੜੇ ਤੇੜੇ ਆਣ ਕੇ ਜਿਹੜਾ ਇੱਕ ਹੋਰ ਵੱਡੀ ਤਬਦੀਲੀ ਵਾਪਰਦੀ ਹੈ, ਉਹ ਹੈ ਸਾਡੀ ਜਿਹੜੀ ਇੰਟਰਨੈਟ ਕ੍ਰਾਂਤੀ। ਬਿਲਕੁਲ ਸਹੀ ਕਿਹਾ। ਇੰਟਰਨੈਟ ਕ੍ਰਾਂਤੀ ਦਾ ਦੌਰ ਆਉਂਦਾ ਹੈ। ਇਹ ਕ੍ਰਾਂਤੀ ਦਾ ਦੌਰ ਜਿਹੜਾ ਹੈ ਉਹ ਨਵੇਂ ਕਿਸਮ ਦੀਆਂ ਸੰਭਾਵਨਾਵਾਂ, ਨਵੇਂ ਕਿਸਮ ਦੀਆਂ ਆਜ਼ਾਦੀਆਂ, ਕੁਝ ਲੋਕ ਇਹਨੂੰ ਫੇਕ ਫਰੀडम ਵੀ ਕਹਿੰਦੇ ਆ ਕਿ ਇਹ ਝੂਠੀ ਕਿਸਮ ਦੀ ਆਜ਼ਾਦੀ ਹੈ, ਲੇਕਿਨ ਉਹ ਸਾਰਾ ਕੁਝ ਲੈ ਕੇ ਆਉਂਦਾ ਹੈ। ਜਿਹੜੀਆਂ ਸੀਮਾਵਾਂ ਨੇ ਸਿਰਜੀਆਂ ਹੋਈਆਂ ਏਕਾਧਿਕਾਰ ਵਾਲੀਆਂ ਗੱਲਾਂ, ਉਹ ਟੁੱਟਦੀਆਂ ਵੀ ਨੇ। ਉਹ ਜਿਹੜੇ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਕੁਝ ਲੋਕਾਂ ਦੀ ਪ੍ਰਭੂਸੱਤਾ ਸੀ ਉਹ ਟੁੱਟਦੀ ਹੈ। ਉਹ ਟੁੱਟਣ ਦੇ ਨਾਲ ਔਰ ਖਾਸ ਤੌਰ ਤੇ ਸਾਰਾ ਜਿਹੜਾ ਵਿਸ਼ਵ ਹੈ ਉਹ ਬੰਦੇ ਦੇ ਅੰਦਰ ਖੁੱਲ੍ਹਾ, ਉਹਦੇ ਸਾਹਮਣੇ ਖੁੱਲ੍ਹਾ ਪਿਆ ਹੈ। ਜਿਹੜੀਆਂ ਚੀਜ਼ਾਂ ਤੁਹਾਨੂੰ ਬਹੁਤ ਔਖੇ ਰੂਪ 'ਚ ਪ੍ਰਾਪਤ ਸੀ, ਉਹ ਤੁਹਾਡੀ ਮੁੱਠੀ ਵਿੱਚ ਮੋਬਾਈਲ ਫੋਨ ਨਾਲ ਵਿਸ਼ੇਸ਼ ਤੌਰ ਤੇ ਆਉਣ ਕਰਕੇ ਉਹ ਤੁਹਾਡੀ ਮੁੱਠ ਦੇ ਵਿੱਚ ਕੈਦ ਨੇ। ਔਰ ਉਹ ਜਿਹੜਾ ਜਿਹੜਾ ਮੀਡੀਆ ਹੈ, ਉਹਦਾ ਜਿਹੜਾ ਸੰਸਾਰ ਹੈ, ਉਹ ਬੰਦੇ ਨੂੰ ਬਹੁਤ ਵੱਡੇ ਰੂਪ 'ਚ ਪ੍ਰਭਾਵਿਤ ਕਰਦਾ, ਤੇ ਉਹਦੇ ਪ੍ਰਭਾਵ ਜਿਹੜੇ ਹੈ ਉਹ ਵਧੀਆ ਗੱਲ ਇਹ ਹੈ, ਮੈਂ ਇਸ ਗੱਲ ਨੂੰ ਮਤਲਬ ਬੜੇ ਖੁਸ਼ੀ ਨਾਲ ਵੀ ਸਾਂਝੀ ਕਰਨਾ ਚਾਹਾਂਗਾ ਕਿ ਪੰਜਾਬੀ ਕਹਾਣੀ ਇਹ ਸਾਰੀਆਂ ਤਬਦੀਲੀਆਂ ਨੂੰ ਪਕੜਦੀ ਹੈ ਔਰ ਪਕੜ ਕੇ ਉਸ ਨੂੰ ਸਿਰਜਣਾਤਮਕ ਤੌਰ ਤੇ ਆਪਣੇ ਕਲਾਵੇਂ 'ਚ ਲੈ ਕੇ ਪੇਸ਼ ਵੀ ਕਰਦੀ ਹੈ। ਤੇ ਇਹ 2010 ਦੇ ਨੇੜੇ ਤੇੜੇ ਜਿਹੜਾ ਹੈ ਪੰਜਵੇਂ ਪੜਾਅ ਦੇ ਜਿਹੜੇ ਨਕਸ਼ ਨੇ ਉਹ ਉੱਭਰਨੇ ਸ਼ੁਰੂ ਹੋ ਜਾਂਦੇ ਨੇ, ਔਰ ਉਹ ਜਿਹੜੇ ਨਕਸ਼ ਨੇ ਉਹ ਹੁਣ ਵੀ ਜਾਰੀ ਨੇ। ਇਹ ਸਫ਼ਰ ਜਾਰੀ ਹੈ। ਇਹਦੀ ਰੂਪਰੇਖਾ ਕਿਹੋ ਜਿਹੀ ਹੋਏਗੀ ਹਜੇ ਹੋਰ ਆਉਣ ਵਾਲੇ ਸਮਿਆਂ 'ਚ ਜ਼ਿਆਦਾ ਸਪਸ਼ਟ ਹੋਏਗੀ। ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਪੰਜਾਬੀ ਕਹਾਣੀ ਦਾ ਪੂਰਾ ਇਤਿਹਾਸ, 5 ਪੜਾਅ ਤੇ ਉਹਦੇ 'ਚ ਕੀ ਕੀ ਹੋਇਆ, ਕਿਹੜੇ ਸਫ਼ਰ ਦੇ ਦੌਰਾਨ ਬੜੇ ਵਧੀਆ ਤਰੀਕੇ ਨਾਲ ਤੁਸੀਂ ਦੱਸੇ। ਜਦੋਂ ਅੱਜ ਅਸੀਂ 5ਵੇਂ ਪੜਾਅ ਦੇ ਵਿੱਚ, ਜਿੱਦਾਂ ਤੁਸੀਂ ਕਹਿ ਰਹੇ ਹੋ, ਤੁਸੀਂ 5ਵੇਂ ਪੜਾਅ ਦੇ ਕਹਾਣੀਕਾਰ ਹੋ, ਇੱਕ ਸਮਾਂ ਇਹੋ ਜਿਹਾ ਆਉਂਦਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਵਿਸ਼ਵ ਪੱਧਰ ਦੀ ਅਸੀਂ ਮਹਾਮਾਰੀ, ਪੈਂਡੈਮਿਕ ਅਸੀਂ ਉਹਦਾ ਨਾਮ ਦੇ ਦਿੱਤਾ, ਜਿਹੜੀ ਸਾਰੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦੀ ਹੈ, ਔਰ ਸਮਾਜ ਦਾ ਹਿੱਸਾ ਕਹਾਣੀਕਾਰ ਵੀ ਹੈ ਜਿਹਨੇ ਕਹਾਣੀ ਰਚਣੀ ਹੈ। ਇਸ ਸਮੇਂ ਦੇ ਦੌਰਾਨ ਤੁਹਾਨੂੰ ਕੀ ਲੱਗਦਾ ਹੈ ਕਿ ਬਤੌਰ ਕਹਾਣੀਕਾਰ ਹੋ ਸਕਦਾ ਹੈ ਕਿ ਸ਼ਾਇਦ ਤੁਹਾਨੂੰ ਬਹੁਤ ਸਾਰੇ ਨਵੇਂ ਆਈਡੀਆ, ਨਵੇਂ ਪਲਾਟ, ਨਵਾਂ ਕੁਝ ਚੇਤਨਤਾ ਦੇ ਵਿੱਚ ਜਾਗਿਆ ਹੋਵੇ, ਜਾਂ ਫਿਰ ਕਿਤੇ ਲੱਗਦਾ ਹੈ ਕਿ ਬਹੁਤ ਢਾਹ ਲੱਗੀ, ਤੁਸੀਂ ਵੀ ਨਮੋਸ਼ੀ 'ਚ ਚਲੇ ਗਏ, ਡਿਪਰੈਸ਼ਨ 'ਚ ਚਲੇ ਗਏ? ਕਿਹੋ ਜਿਹਾ ਇਹ ਸਮਾਂ ਤੁਸੀਂ ਮਹਿਸੂਸ ਕਰਦੇ ਹੋ? ਕਿਉਂਕਿ ਜ਼ਾਹਿਰ ਹੈ ਵੀ ਇਹ ਵੀ ਸਮਾਜ ਦਾ, ਜਿੱਦਾਂ ਤੁਸੀਂ ਕਿਹਾ ਵੀ ਅੰਗ ਹੋ, ਤੇ ਇਹਨਾਂ ਨੇ ਪ੍ਰਭਾਵਿਤ ਕੀਤਾ ਹੀ ਹੋਏਗਾ ਤੁਹਾਨੂੰ। ਇਹ ਬਿਲਕੁਲ, ਜਦੋਂ ਵੱਡੀਆਂ ਘਟਨਾਵਾਂ ਮਤਲਬ ਵਾਪਰਦੀਆਂ ਨੇ ਤੇ ਉਹਦਾ ਪ੍ਰਭਾਵ, ਜਿਵੇਂ ਆਪਾਂ ਪਹਿਲਾਂ ਗੱਲ ਕਰ, ਉਹ ਤਾਂ ਹੋਣਾ ਹੀ ਹੋਣਾ ਹੈ। ਇਹ ਜਿਹੜਾ ਪੈਂਡੈਮਿਕ ਜਿਹਨੂੰ ਕਰੋਨਾ ਕਾਲ ਆਪਾਂ ਕਹਿ ਰਹੇ ਹਾਂ, ਔਰ ਇਹ ਸੰਕਟ ਅਜੇ ਵੀ ਚੱਲ ਰਿਹਾ। ਇਸ ਸੰਕਟ ਦੇ ਵਿੱਚ ਆਪਾਂ ਅਜੇ ਵੀ ਆਪਾਂ ਕਹਿ ਨਹੀਂ ਸਕਦੇ ਕਿ ਇਸ ਤੋਂ ਮੁਕਤ ਹੋ ਗਏ ਹਾਂ। ਇਹ ਜ਼ਰੂਰ ਵਾਪਰਦਾ ਹੈ ਕਿ ਜਿਹੜਾ ਤੁਹਾਡਾ ਸਵਾਲ ਦਾ ਪਹਿਲਾ ਹਿੱਸਾ ਹੈ ਉਹ ਹੈ ਵੀ ਇਹਦੇ ਵਿੱਚ ਕਿਸ ਕਿਸਮ ਨਾਲ ਮਤਲਬ ਇੱਕ ਲੇਖਕ ਦੇ ਤੌਰ ਤੇ ਜਿਹੜਾ ਤੁਹਾਡਾ ਅਨੁਭਵ ਹੈ ਉਹ ਕਿਸ ਕਿਸਮ ਦਾ ਹੈ। ਲੇਖਕ ਦੇ ਤੌਰ ਤੇ ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਨਿੱਜੀ ਤੌਰ ਤੇ, ਜੇ ਮੈਂ ਆਪਣੀ ਗੱਲ ਕਰਾਂ ਜਾਂ ਮੈਂ ਜਿਹੜੇ ਦੋਸਤਾਂ ਮਿੱਤਰਾਂ ਨੂੰ ਜਾਣਦਾ ਹਾਂ, ਉਹਨਾਂ ਨੂੰ ਸਗੋਂ ਵੱਧ ਪੜ੍ਹਨ ਦਾ ਮੌਕਾ ਮਿਲਿਆ ਉਸ ਪੱਖ ਤੋਂ। ਇਹ ਠੀਕ ਹੈ ਕਿ ਕਾਰੋਬਾਰ ਬੰਦ ਹੋਏ, ਜਿਹੜਾ ਇੱਕ ਵਰਗ ਸੀ ਉਹ ਜਿਸ ਕਿਸਮ ਦੀ ਹਿਜਰਤ ਆਪਾਂ ਭਾਰਤ ਵਿੱਚ ਵੀ ਦੇਖੀ, ਮਜ਼ਦੂਰਾਂ ਨੂੰ ਜਾਂਦਿਆਂ ਹੋਇਆਂ ਦੇਖਿਆ, ਉਹ ਦਰਦਨਾਕ ਸੀਨ, ਉਹ ਹਸਪਤਾਲਾਂ ਦੀਆਂ ਦਰਦਨਾਕ ਤਸਵੀਰਾਂ, ਉਹ ਇੱਕ ਵੱਖਰਾ ਪੱਖ ਹੈ ਜ਼ਿੰਦਗੀ ਦਾ। ਉਹ ਦਰਦਨਾਕ ਪੱਖ ਹੈ, ਉਹਦੇ ਨਾਲ ਸਾਰੀ ਮਨੁੱਖਤਾ ਹੀ ਜੂਝ ਰਹੀ ਹੈ, ਵਿਸ਼ਵ ਪੱਧਰ ਤੇ ਜੂਝ ਰਹੀ ਹੈ। ਪਰ ਜਿੱਥੋਂ ਤੱਕ ਲੇਖਕ ਹੋਣ ਦੇ ਨਾਤੇ ਇਹਦੇ ਨਾਲ ਬਹੁਤ ਕੁਝ ਲੇਖਕ ਨੂੰ ਨਵੇਂ ਢੰਗ ਨਾਲ ਸੋਚਣ ਦਾ ਮੌਕਾ ਬਣਿਆ, ਔਰ ਖ਼ਾਸ ਤੌਰ ਤੇ ਮੈਂ ਸਮਝਦਾ ਕਿ ਜ਼ਿੰਦਗੀ ਬਾਰੇ ਨਜ਼ਰੀਆ ਵੀ ਬਦਲਿਆ ਕੁਝ ਨਾ ਕੁਝ। ਅੱਛਾ, ਇਹ ਏਡੀ ਵੱਡੀ ਤਰਾਸਦੀ ਹੈ ਜਿਹੜੀ ਸਾਡੇ ਨਾ ਜੀਵਨ ਬਾਰੇ ਨਜ਼ਰੀਆ ਬਦਲੇਗੀ ਜ਼ਰੂਰ। ਇਹ ਜ਼ਰੂਰ ਹੁੰਦਾ ਕਿ ਇਹ ਤੱਤ-ਫੱਟ ਪ੍ਰਭਾਵ ਜਿਹੜਾ ਹੈ ਕਹਾਣੀ 'ਚ ਬਿਲਕੁਲ ਤੱਤ-ਫੱਟ ਨਹੀਂ, ਉਸੇ ਵੇਲੇ ਨਹੀਂ ਆਉਣਾ ਹੁੰਦਾ। ਉਹ ਇਹ ਜਿਹੜੀਆਂ ਇਹਨਾਂ ਤਬਦੀਲੀਆਂ ਨਾਲ ਜਿਹੜਾ ਬੰਦਾ ਅੰਦਰੋਂ ਤਬਦੀਲ ਹੁੰਦਾ ਹੈ, ਕਹਾਣੀ ਨੇ ਉਹਨਾਂ ਨੂੰ ਪਕੜਨਾ ਹੁੰਦਾ, ਇਸ ਕਰਕੇ ਉਹਦੀ ਰਫ਼ਤਾਰ ਥੋੜ੍ਹੀ ਜਿਹੀ ਧੀਮੀ ਹੁੰਦੀ ਹੈ, ਕਿਉਂਕਿ ਪੱਤਰਕਾਰੀ ਨਾਲੋਂ ਸ਼ਾਇਦ ਦਾ ਇਹੀ ਅੰਤਰ ਹੈ। ਪੱਤਰਕਾਰੀ ਨੇ ਉਸੇ ਵੇਲੇ ਘਟਨਾ ਹੋਈ, ਉਹਨੇ ਉਸੇ ਵੇਲੇ ਉਹਨੂੰ ਬਿਆਨ ਕਰਨਾ, ਉਹਦਾ ਤੱਤ-ਫੱਟ ਰੂਪ।
ਲੇਕਿਨ ਉਹਨਾਂ ਘਟਨਾਵਾਂ ਦੇ ਫਲਸਰੂਪ ਬੰਦਾ ਕਿਵੇਂ ਤਬਦੀਲ ਹੋ ਰਿਹਾ, ਬੰਦੇ ਦੇ ਅੰਦਰ ਕੀ ਤਬਦੀਲੀਆਂ ਆ ਰਹੀਆਂ, ਉਸ ਬੰਦੇ ਦੇ ਮਰਮ ਨੂੰ ਪਕੜਨਾ ਹੁੰਦਾ ਵਾ ਸਿਰਜਣਾਤਮਕ ਲੇਖਣੀ ਨੇ। ਤੇ ਪੰਜਾਬੀ ਕਹਾਣੀ ਵੀ ਇਹਨਾਂ ਗੱਲਾਂ ਨੂੰ ਜ਼ਰੂਰ ਪਕੜੇਗੀ। ਮੈਨੂੰ ਲੱਗਦਾ ਹੈ ਕਿ ਜਿੱਦਾਂ ਸਾਨੂੰ ਲੱਗਾ ਹੈ ਕਿ ਇਹ ਇੱਕ ਬਹੁਤ ਵੱਡੀ ਗੱਲ ਵਾਪਰੀ ਹੈ, ਬੰਦੇ ਨੂੰ ਲੱਗਣ ਲੱਗਾ ਕਿ ਜਿਹੜੀ ਸਿਹਤ ਹੈ ਨਾ, ਇਹ ਸਭ ਤੋਂ ਮਹੱਤਵਪੂਰਨ ਹੈ। ਸਿਹਤ ਬਾਰੇ ਆਪਾਂ ਖਾਣ ਪੀਣ ਬਾਰੇ ਇਸ ਤੋਂ ਪਹਿਲੋਂ ਜਾਂ ਵਾਤਾਵਰਨ ਬਾਰੇ ਇਸ ਤੋਂ ਪਹਿਲੋਂ ਲੱਖ ਪ੍ਰਚਾਰ ਦੇ ਬਾਵਜੂਦ ਆਪਾਂ ਇੰਨੇ ਕਦੇ ਵੀ ਸੁਚੇਤ ਨਹੀਂ ਸੀ ਹੋਏ ਜਿੰਨੇ ਅੱਜ ਸੁਚੇਤਨਾ ਦੀ ਪੱਧਰ ਤੇ ਹਾਂ। ਕਿਉਂਕਿ ਜਦੋਂ ਸੰਕਟ ਤੁਹਾਡੇ ਦੀਵਾਰ ਤੇ ਆਣ ਕੇ ਖੜ ਜਾਂਦਾ ਨਾ, ਫਿਰ ਅਸੀਂ ਸੱਚੀ ਮੁੱਚੀ ਸੋਚਣਾ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਅਸੀਂ ਸੁੱਤੇ ਰਹਿੰਦੇ ਹਾਂ। ਅੱਛਾ, ਇਸੇ ਸਭ ਦੇ ਦੌਰਾਨ ਜਦੋਂ ਅਸੀਂ ਘਰਾਂ 'ਚ ਬੰਦ ਹੋ ਗਏ ਤਾਂ ਸਾਡੀ ਇੰਟਰਨੈਟ ਨੇ ਬਹੁਤ ਸਹਾਇਤਾ ਕੀਤੀ, ਕਹਿ ਲਓ। ਸਾਹਿਤ ਦੇ ਖੇਤਰ ਦੇ ਵਿੱਚ ਕਹਾਣੀਕਾਰ ਦੇ ਤੌਰ ਤੇ ਤੁਹਾਨੂੰ ਵੀ ਜੁੜਨ ਤੇ ਸਮਝਣ ਦਾ ਜ਼ਿਆਦਾ ਮੌਕਾ ਮਿਲਿਆ ਹੀ ਹੋਏਗਾ। ਤੇ ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬੀ ਕਹਾਣੀ ਦੇ ਇਸ ਸਫ਼ਰ ਦੇ ਵਿੱਚ ਇਹ ਪੜਾਅ, ਜਿਹਨੂੰ ਅਸੀਂ ਇਨਫੋਰਮੇਸ਼ਨ ਔਰ ਟੈਕਨੋਲੋਜੀ ਦਾ ਇੱਕ ਸੁਪਰ ਹਾਈਵੇ ਵੀ ਕਹਿੰਦੇ ਆ, ਉਹ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਦੇ 'ਚ ਪੰਜਾਬੀ ਕਹਾਣੀ ਇੱਕਮਿਕ ਹੋ ਕੇ ਰਫ਼ਤਾਰ ਫੜ ਪਾਈ, ਜਾਂ ਕਿ ਹਜੇ ਉਹ ਟੇਢੀ ਠੁੱਕਰ ਹੀ ਖਾਂਦੀ ਪਈ ਹੈ? ਕਿੱਥੇ ਤੁਸੀਂ ਮਹਿਸੂਸ ਕਰਦੇ? ਦੇਖੋ, ਮੈਂ ਤਾਂ ਇਹਨਾਂ ਤਬਦੀਲੀਆਂ ਨੂੰ ਬੜੇ ਹਾਂ ਪੱਖੀ ਨਜ਼ਰੀਏ ਨਾਲ ਦੇਖਦਾ ਹਾਂ। ਤੇ ਮੇਰਾ ਜਿਹੜਾ ਨਿੱਜੀ ਅਨੁਭਵ ਹੈ, ਬੇਸ਼ੱਕ ਇਹਨਾਂ ਗੱਲਾਂ ਦਾ ਕੁਝ ਹਲਕਿਆਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਮਤਲਬ ਸਾਡਾ ਸੁੱਖ ਚੈਨ ਖੋਹ ਲਿਆ, ਇਹਨਾਂ ਨੇ ਇਉਂ ਬਰਬਾਦ ਕਰ ਦਿੱਤਾ ਹੈ ਸਾਨੂੰ, ਪਰ ਮੇਰਾ ਜਿਹੜਾ ਜਾਤੀ ਨਜ਼ਰੀਆ ਹੈ ਉਹ ਮੈਨੂੰ ਇਹ ਤਬਦੀਲੀਆਂ ਜਿਹੜੀਆਂ ਨੇ ਉਹ ਮੈਂ ਇਹਨਾਂ ਨੂੰ ਹਾਂ ਪੱਖੀ ਨਜ਼ਰੀਏ ਤੋਂ ਦੇਖਦਾ ਹਾਂ। ਇਹ ਤੁਸੀਂ ਇੱਕ ਮੋਟੀ ਜੀ ਗੱਲ ਦੇਖੋ ਕਿ ਕਿਸੇ ਵਕਤ ਕੋਈ ਰਚਨਾ ਲਿਖੀ ਜਾਂਦੀ ਸੀ, ਲਿਖ ਕੇ ਉਹਨੂੰ ਅਖਬਾਰ 'ਚ ਜਾਂ ਮੈਗਜ਼ੀਨ 'ਚ ਛਪਣ ਵਾਸਤੇ ਭੇਜਿਆ ਜਾਂਦਾ ਸੀ, ਤੇ ਬੰਦਾ ਤਰਸ ਜਾਂਦਾ ਸੀ ਕਿ ਉਸ ਤੋਂ ਬਾਅਦ ਉਹਨੂੰ ਕੋਈ ਚਿੱਠੀ ਆਏਗੀ, ਜਦੋਂ ਟੈਲੀਫੋਨ ਆਇਆ ਵੀ ਕੋਈ ਟੈਲੀਫੋਨ ਆਏਗਾ, ਇਸ ਕਿਸਮ ਦਾ ਹੰਗਾਰਾ ਉਹਨੂੰ ਜਦੋਂ ਕਿਤੇ ਕੋਈ ਉਹ ਚਿੱਠੀਆਂ ਲੋਕੀ 20 40 ਸਾਲ 50 ਸਾਲ ਵੀ ਸਾਂਭ ਕੇ ਰੱਖ ਛੱਡਦੇ ਸੀ ਕਿ ਮੈਨੂੰ ਹੰਗਾਰੇ ਦੇ ਤੌਰ ਤੇ ਆਈਆਂ। ਔਰ ਬਹੁਤ ਵੱਡੇ ਲੇਖਕ ਵੀ ਫਰੇਮ ਕਰਵਾ ਕੇ ਜਾਂ ਕੇ ਵੱਡੇ ਲੇਖਕ ਦੀ ਆ ਜਾਂਦੀ ਸੀ ਤਾਂ ਉਹਨੂੰ ਇੱਕ ਯਾਦਗਾਰੀ ਤੌਰ ਤੇ ਰੱਖਦੇ ਸੀ। ਉਹ ਹੈ ਤਾਂ ਬੇਸਿਕਲੀ ਹੰਗਾਰਾ ਹੀ ਸੀ ਨਾ, ਇੱਕ ਪਾਠਕ ਦਾ, ਇੱਕ ਤੁਹਾਡੇ ਚਾਹੁਣ ਵਾਲਿਆਂ ਦਾ। ਲੇਕਿਨ ਹੁਣ ਤੁਸੀਂ ਕੁਝ ਲਿਖਦੇ ਹੋ, ਤੁਹਾਨੂੰ ਤੁਰੰਤ ਹੰਗਾਰਾ ਜਿਹੜਾ ਉਹ ਮਿਲਦਾ ਹੈ, ਥੰਬਸ ਅਪ, ਲਾਈਕ ਆ ਜਾਂਦਾ ਹੈ। ਹਾਂਜੀ, ਮਤਲਬ ਉਹਦੇ 'ਚ ਠੀਕ ਹੈ, ਉਹਦੇ 'ਚ ਥੰਮ ਵਾਲੇ ਕੁਝ ਉਸ ਕਿਸਮ ਦੇ ਗੈਰ ਸੰਜੀਦਾ ਹੰਗਾਰੇ ਵੀ ਹੋਣਗੇ ਕਿ ਜਿਹੜੇ ਬਿਨਾਂ ਪੜ੍ਹੇ ਵੀ ਹੰਗਾਰਾ ਦਿੰਦੇ, ਲੇਕਿਨ ਚਲੋ ਉਹਨਾਂ ਦੇ ਨੋਟਿਸ 'ਚ ਤਾਂ ਆਉਂਦੀ। ਹਾਂ, ਪਰ ਉਹ ਜਿੱਥੋਂ ਤੱਕ ਪਹਿਲਾ ਪੱਖ ਹੁੰਦਾ ਹੈ ਕਿ ਚੀਜ਼ ਲੋਕਾਂ ਤੱਕ ਪਹੁੰਚਣੀ ਚਾਹੀਦੀ, ਲੋਕਾਂ ਤੱਕ ਪਹੁੰਚਣ ਤੋਂ, ਔਰ ਉਹਦੇ ਵਿੱਚ ਫਿਰ ਜਿਹੜੇ ਸੰਜੀਦਾ ਲੋਕ ਨੇ ਉਹ ਹੰਗਾਰਾ ਵੀ ਭਰਦੇ ਨੇ, ਔਰ ਬਹੁਤ ਖੂਬਸੂਰਤ ਹੰਗਾਰਾ ਭਰਦੇ ਨੇ। ਔਰ ਮੈਂ ਜੇ ਆਪਣਾ ਜਾਤੀ ਗੱਲ ਕਰਾਂ ਆਪਣੇ ਤੌਰ ਤੇ, ਤਾਂ ਮੇਰੀ 2018 'ਚ ਕਹਾਣੀ ਛਪੀ ਸੀ ਜੀ, ਫੁੱਲਾਂ ਦੀ ਫਸਲ। ਠੀਕ ਹੈ। ਉਹ ਕਹਾਣੀ ਮੈਨੂੰ ਲੱਗਦਾ ਕਿ ਜੇ ਪੁਰਾਣਾ ਦੌਰ ਹੁੰਦਾ ਤੇ ਸ਼ਾਇਦ ਉਹ ਕਹਾਣੀ ਅੱਜ ਤੱਕ 3 ਸਾਲ ਤੱਕ ਆਉਂਦਿਆਂ ਉਹਦੀ ਕੋਈ ਚਰਚਾ ਛਿੜਦੀ, ਕੋਈ ਕਿਤੇ ਕੋਈ ਸੈਮੀਨਾਰ ਹੋ ਜਾਂਦਾ ਕਿਤਾਬ ਤੇ ਕੋਈ ਗੱਲ ਹੁੰਦੀ। ਲੇਕਿਨ ਉਹ ਕਹਾਣੀ 2018 ਦੇ ਵਿੱਚ ਵੀ ਇੰਨੀ ਚਰਚਾ ਵਿੱਚ ਰਹੀ, 2019 'ਚ ਵੀ ਮੁੜ ਕੇ ਉਹ ਬਿਹਤਰੀਨ ਕਹਾਣੀਆਂ ਦੀ ਪੁਸਤਕ 'ਚ ਛਪਦੀ ਹੈ। ਔਰ ਉਹਦੇ ਪਿੱਛੇ ਜਿਹੜਾ ਸਾਰਾ ਸੀ ਉਹ ਜਿਹੜਾ ਇਹ ਨਵੀਂ ਸੋਸ਼ਲ ਮੀਡੀਆ ਦਾ, ਉਹਨੂੰ ਅਵਾਰਡ ਵੀ ਮਿਲਦਾ ਹੈ। ਹਾਂਜੀ, ਔਰ ਉਹ ਬਾਅਦ ਦੇ ਵਿੱਚ ਪੁਸਤਕ ਰੂਪ 'ਚ ਛਪਦੀ ਹੈ ਤੇ ਉਹਨੂੰ 2020 ਦਾ ਦਲਬੀਰ ਜੀਤਨ ਕਥਾ ਯਾਦਗਾਰੀ ਕਥਾ ਪੁਰਸਕਾਰ ਵੀ ਮਿਲਦਾ ਹੈ ਉਸ ਕਿਤਾਬ ਨੂੰ। ਤਾਂ ਮੈਂ ਤਾਂ ਇਸ ਗੱਲ ਲਈ ਸਗੋਂ ਬੜਾ ਧੰਨਵਾਦੀ ਹਾਂ, ਇਹ ਜਿਹੜੀ ਨਵੀਆਂ ਤਬਦੀਲੀਆਂ ਵਾਪਰੀਆਂ ਨੇ, ਜਿਹਨੇ ਸਾਨੂੰ ਲੋਕਾਂ ਤੱਕ ਪਹੁੰਚਣਾ ਬਹੁਤ ਸੌਖਾ ਕਰਤਾ। ਦੇਖੋ ਨਾ, ਕਿਸੇ ਸਮੇਂ ਉਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕਹਾਣੀ ਛਪਦੀ ਸੀ, ਫਿਰ ਉਹ ਪਾਠਕ ਤੇ ਜਾਂਦੀ ਸੀ, ਔਰ ਜਦੋਂ ਉਹਨੂੰ ਪੜ੍ਹਿਆ ਜਾ ਰਿਹਾ ਉਦੋਂ ਹਰ ਬੰਦੇ ਦੀਆਂ ਭਾਵਨਾਵਾਂ ਅਲੱਗ ਨੇ। ਅੱਜ ਜਿਹੜਾ ਸਾਡਾ ਲੇਖਕ ਹੈ, ਕਹਾਣੀਕਾਰ ਹੈ, ਉਹ ਕਈ ਜਗ੍ਹਾ ਤੇ ਦੇਖਿਆ ਕਿ ਅੱਜ ਕੱਲ੍ਹ ਉਹ ਇੰਟਰਨੈਟ ਦੇ ਉੱਤੇ ਖੁਦ ਕਹਾਣੀ ਆਪਣੀ ਪੜ੍ਹ ਰਿਹਾ। ਹਾਂਜੀ, ਤਾਂ ਉਹ ਪੜ੍ਹਨ ਦੇ ਨਾਲ ਉਹਨੇ ਕਿਸ ਢੰਗ ਨਾਲ ਲਿਖੀ ਹੈ ਉਹ ਜ਼ਿਆਦਾ। ਹਾਂਜੀ, ਮੈਂ ਤੈਨੂੰ ਮੇਰਾ ਖੁਦ ਦਾ ਅਨੁਭਵ ਹੈ। ਅੱਜ ਕੱਲ੍ਹ ਬਹੁਤ ਸਾਰੇ ਇਸ ਤਰ੍ਹਾਂ ਦੇ ਆਨਲਾਈਨ ਚੱਲਦੇ, ਆਨਲਾਈਨ YouTube ਚੈਨਲ ਚੱਲਦੇ ਨੇ, ਤੇ ਮੈਂ ਤੈਨੂੰ ਆਪਣੇ ਅਨੁਭਵ ਤੋਂ ਹੀ ਗੱਲ ਕਰਦਾ। ਮੇਰੀ ਇੱਕ ਕਹਾਣੀ ਹੈ ਵਾਰਸ। ਉਹ ਵਾਰਸ ਕਹਾਣੀ ਪੰਜਾਬ ਸੰਕਟ ਨਾਲ ਸੰਬੰਧਿਤ ਸੀ, ਜਿਹੜਾ ਪੰਜਾਬ ਦਾ ਜਿਹਨੂੰ ਕਾਲੇ ਸਮੇਂ ਕਿਹਾ ਜਾਂਦਾ ਹੈ, ਉਹ ਉਸ ਸੰਕਟ ਸਥਿਤੀ ਨਾਲ ਸੰਬੰਧਿਤ ਉਹ ਕਹਾਣੀ ਸੀ।
ਉਹ ਕਹਾਣੀ ਮੈਂ ਲਿਖੀ ਤੇ ਉਸ ਵਕਤ ਸੋਸ਼ਲ ਮੀਡੀਆ ਦਾ ਇਸ ਕਿਸਮ ਦਾ ਦੌਰ ਨਹੀਂ ਸੀ, ਤੇ ਉਹ ਕਹਾਣੀ ਮੈਨੂੰ ਨਿੱਜੀ ਤੌਰ ਤੇ ਲੱਗਦਾ ਸੀ ਵੀ ਵੱਡੀ ਕਹਾਣੀ ਹੈ, ਪਰ ਉਹਦਾ ਜ਼ਿਕਰ ਨਾ ਹੋਇਆ ਉਸ ਕਿਸਮ ਦਾ। ਅੱਛਾ। ਤੇ ਦੋਸਤ ਨੇ, ਉਹਨਾਂ ਦਾ ਦਸਤਾਵੇਜ਼ YouTube ਚੈਨਲ ਆ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਕਹਾਣੀ ਨਾ ਆਪਾਂ ਰਿਕਾਰਡ ਕਰਕੇ ਤੇ ਚੈਨਲ ਤੇ ਪਾਉਣੀ ਹੈ। ਉਹ ਵੱਡੀ ਕਹਾਣੀ ਸੀ, ਭਾਤੀ ਗਈ, 2 ਕਿਸ਼ਤਾਂ 'ਚ ਪਾਈ। ਉਹ ਕਹਾਣੀ ਨੂੰ ਐਡਾ ਹੰਗਾਰਾ ਮਿਲਿਆ ਕਿ ਉਹਨਾਂ ਦੇ ਚੈਨਲ ਤੇ ਉਹ 2020 ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਕਹਾਣੀ ਸਾਬਤ ਹੋਈ। ਉਹ ਕਹਾਣੀ ਜਿਹੜੀ ਲੁਕੀ ਪਈ ਸੀ, ਲੋਕਾਂ ਦੀ ਨਜ਼ਰ 'ਚ ਨਹੀਂ ਸੀ, ਉਹ ਵਿਸ਼ਵ ਪੱਧਰ ਤੇ ਜਿੱਥੇ ਵੀ ਪੰਜਾਬੀ ਪੜ੍ਹਨ ਸੁਣਨ ਵਾਲੇ ਲੋਕ ਬੈਠੇ ਨੇ, ਉਹਨਾਂ ਦੀ ਨਜ਼ਰ 'ਚ ਆ ਗਈ, ਲੋਕਾਂ ਤੱਕ ਪਹੁੰਚ ਗਈ। ਤਾਂ ਇਸ ਪੱਖ ਤੋਂ ਇਹ ਮੇਰਾ ਤਾਂ ਜਿਹੜਾ ਨਿੱਜੀ ਅਨੁਭਵ ਹੈ ਇਸ ਸੋਸ਼ਲ ਕ੍ਰਾਂਤੀ ਦੇ ਸੰਬੰਧ ਦੇ ਵਿੱਚ, ਉਹ ਬਹੁਤ ਵਧੀਆ ਹੈ। ਔਰ ਮੈਂ ਸਮਝਦਾ ਕਿ ਇਹਦੀਆਂ ਜਿਹੜੀਆਂ ਚੰਗੀਆਂ ਸੰਭਾਵਨਾਵਾਂ ਨੇ, ਉਹਨੂੰ ਸਗੋਂ ਆਪਣੇ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਦੇ ਫੈਲਾਅ ਲਈ ਸਾਨੂੰ ਵਰਤਣਾ ਚਾਹੀਦਾ ਹੈ। ਔਰ ਜਿੰਨੇ ਖੂਬਸੂਰਤ ਢੰਗ ਨਾਲ ਵਰਤ ਲਈਏ, ਉਹਦੇ ਵਿੱਚ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਦੀ, ਪੰਜਾਬੀ ਸੱਭਿਆਚਾਰ ਦੀ ਮਤਲਬ ਬਿਹਤਰੀ ਹੋਏਗੀ ਇਸ ਗੱਲ ਦੇ ਵਿੱਚ। ਬੜੀਆਂ ਖੂਬਸੂਰਤ ਗੱਲਾਂ ਤੁਸੀਂ ਕਰ ਰਹੇ ਹੋ, ਬੜੀਆਂ ਪ੍ਰੈਕਟੀਕਲ, ਜਿਹਨੂੰ ਤੁਸੀਂ ਕਹਿ ਲੈਣਾ ਵੀ ਧਰਾਤਲ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਸਾਡੇ ਨਾਲ ਸਾਂਝੀਆਂ ਕਰਦੇ ਪਏ ਹੋ। ਇਸੇ ਸਭ ਕਾਸੇ ਦੇ ਵਿੱਚ ਜਦੋਂ ਅਸੀਂ ਅੱਜ ਇੱਕ ਨੌਜਵਾਨ ਦੇਖਦੇ ਹਾਂ ਜਿਹੜਾ ਅੱਜ ਇਨਫੋਰਮੇਸ਼ਨ ਟੈਕਨੋਲੋਜੀ ਔਰ ਇਹ ਸਾਰਾ ਇੰਟਰਨੈਟ ਦੀ ਦੁਨੀਆ ਦੇ ਵਿੱਚ ਫੇਸਬੁੱਕ ਤੇ ਵੀ ਹੈ, ਟਵਿੱਟਰ ਤੇ ਵੀ ਹੈ, ਔਰ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਆਪਣੀ ਉਹ ਬਣਾਈ ਹੋਈ ਪਛਾਣ, ਉਸ ਪਛਾਣ ਦੇ ਵਿੱਚ ਇੱਕ ਪਛਾਣ ਉਹਦੀ ਆਪਣੀ, ਉਹਦੇ ਮਨ 'ਚ ਹੈ ਕਿ ਮੇਰੀ, ਜਿੱਦਾਂ ਸੁਖਪਾਲ ਥਿੰਦ ਹੋਣਾ ਦੀ ਹੈ ਜਾਂ ਸਾਡੇ ਕੋਲ ਹੋਰ ਰਾਈਟਰ ਨੇ ਪੰਜਾਬੀ ਕਹਾਣੀਕਾਰ, ਬਤੌਰ ਕਹਾਣੀਕਾਰ ਵੀ ਮੇਰੀ ਪਛਾਣ ਬਣੇ। ਤਾਂ ਕਿਉਂਕਿ ਇਹ ਰਸਤੇ ਬਿਲਕੁਲ ਨਵੇਂ ਨੇ, ਤੁਸੀਂ ਬਤੌਰ ਕਹਾਣੀਕਾਰ ਤੁਸੀਂ ਬਹੁਤ ਸਾਰਾ ਸਫ਼ਰ ਦੇਖਿਆ ਵੀ ਹੈ। ਅੱਜ ਦੇ ਕਹਾਣੀਕਾਰ ਨੂੰ ਜੇ ਸ਼ੁਰੂਆਤ ਕਰਨੀ ਚਾਹੀਦੀ ਹੈ ਇੱਕ ਨੌਜਵਾਨ ਨੂੰ, ਤਾਂ ਕਿੱਥੋਂ ਕਰਨੀ ਚਾਹੀਦੀ ਹੈ? ਕੀ ਰਸਤਾ ਹੋ ਸਕਦਾ ਹੈ? ਦੇਖੋ, ਰਸਤਾ ਤਾਂ ਪਹਿਲੋਂ ਤਾਂ ਹੈ ਵੀ ਜ਼ਿੰਦਗੀ 'ਚ ਗਹਿ ਗੱਚ ਹੋ ਕੇ ਵਿਚਰਨਾ। ਤੁਸੀਂ ਅੰਦਰ ਵੜ ਕੇ ਨਹੀਂ ਸਮਾਜ ਨੂੰ ਸਮਝ ਸਕਦੇ। ਨਹੀਂ, ਇਹ ਮੈਂ ਤੁਹਾਡੀ ਗੱਲ ਸਮਝ ਗਿਆ। ਸਮਾਜ, ਮੈਂ ਉਹਨਾਂ ਜੋ ਤੁਸੀਂ ਕਹਿ ਰਹੇ, ਮੈਂ ਉੱਧਰ ਵੀ ਆਉਣਾ। ਮਤਲਬ ਪਹਿਲਾਂ ਤਾਂ ਹੈ ਕਿ ਸਮਾਜ ਦਾ ਗਹਿ ਗੱਚ ਹਿੱਸਾ ਹੋਣਾ, ਉਹਦੀ ਸਰਗਰਮੀ ਦੇ ਵਿੱਚ ਸ਼ਾਮਲ ਹੋਣਾ, ਇਹ ਲੇਖਕ ਵਾਸਤੇ ਬਹੁਤ ਜ਼ਰੂਰੀ ਹੈ। ਮੰਨ ਗਏ। ਉਸ ਤੋਂ ਬਾਅਦ ਜਿਹੜਾ ਹੈ ਅਗਲਾ ਸਫ਼ਰ ਉਹ ਸ਼ੁਰੂ ਹੁੰਦਾ ਹੈ। ਲੇਖਕ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਜਿਹੜਾ ਨਵਾਂ ਲੇਖਕ ਹੈ ਉਹ ਪੰਜਾਬੀ ਭਾਸ਼ਾ ਹੀ ਨਹੀਂ ਇਕੱਲੀ, ਮੈਂ ਕਹਾਂਗਾ ਜਿਹਨੇ ਕਹਾਣੀਕਾਰ ਬਣਨਾ ਹੈ, ਇਕੱਲੀ ਪੰਜਾਬੀ ਕਹਾਣੀ ਨਹੀਂ, ਪੰਜਾਬੀ ਤਾਂ ਜਿਹੜੀ ਪੰਜਾਬੀ ਦੀ ਜਿਹੜੀ ਸਭ ਤੋਂ ਵਧੀਆ ਰਚਨਾਵਾਂ ਨੇ, ਵਧੀਆ ਲੇਖਕ ਨੇ, ਉਹਨਾਂ ਨੂੰ ਪੜ੍ਹਨਾ ਤਾਂ ਉਸ ਤੋਂ ਬਿਨਾਂ ਤਾਂ ਚੱਲ ਹੀ ਨਹੀਂ ਸਕਦਾ, ਉਹਨੂੰ ਸਮਝਣਾ, ਕਰਨਾ। ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਦੂਜੀਆਂ ਭਾਸ਼ਾਵਾਂ ਨੇ, ਜਿੱਦਾਂ ਹਿੰਦੀ ਹੈ, ਅੰਗਰੇਜ਼ੀ ਹੈ, ਜਾਂ ਵਿਸ਼ਵ ਪੱਧਰ ਤੇ ਵੀ ਜਿਹੜਾ ਸਾਡੇ ਕੋਲ ਜਿੱਥੋਂ ਤੱਕ ਰਸਾਈ ਹੋ ਸਕਦੀ ਹੈ, ਉਹ ਪੜ੍ਹਨਾ ਬਹੁਤ ਜ਼ਰੂਰੀ ਹੈ। ਮੈਂ ਇਹਦੇ ਨਾਲ ਮੈਂ ਜਿਹੜਾ ਸਵਾਲ ਕਰਨਾ ਚਾਹੁੰਦਾ ਸੀ ਉਹ ਇਹ ਸੀਗਾ ਕਿ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਰਾਈਟਿੰਗ ਦੀਆਂ ਵਰਕਸ਼ਾਪ ਲੱਗ ਰਹੀਆਂ ਨੇ, ਲਿਖਣਾ ਕਿਵੇਂ ਹੈ, ਲਿਖਣ ਦੀ ਤਾਂ ਹੁਣ ਕਹਿ ਲਓ ਵੀ ਅੱਜ ਕੱਲ੍ਹ ਤਾਂ ਉਹ ਆ ਗਿਆ ਨਾ ਟਿਕ ਟਿਕ ਟਿਕ, ਉਹ ਲਿਖਣ ਦਾ ਤਾਂ ਸਵਾਲ ਹੀ ਨਹੀਂ ਹੁਣ ਬਹੁਤਾ ਰਹਿ ਗਿਆ। ਪਰ ਜੇ ਇਹੀ ਅਜੋਕੇ ਸਮੇਂ ਦੇ ਵਿੱਚ ਇੱਕ ਨੌਜਵਾਨ ਆਪਣੇ ਆਪ ਨੂੰ ਬਤੌਰ ਕਹਾਣੀਕਾਰ ਜਿਹੜਾ ਬਣਾਉਣਾ ਚਾਹੁੰਦਾ ਆ, ਉਹਨੂੰ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ? ਮੇਰਾ ਮੁਰਾਦ ਇਹ ਸੀਗੀ ਵੀ ਜਿਵੇਂ ਸਾਡੇ ਕੋਲ ਡਰਾਮਾ ਦੇ ਵਿੱਚ ਹੈ, ਨੈਸ਼ਨਲ ਸਕੂਲ ਆਫ ਡਰਾਮਾ ਹੈ, ਸਾਨੂੰ ਹੋਰ ਜਗ੍ਹਾ ਦੇ ਉੱਤੇ ਟ੍ਰੇਨਿੰਗ ਬਕਾਇਦਾ ਦਿੱਤੀ ਜਾਂਦੀ ਹੈ ਵੀ ਕਿਵੇਂ ਕਰਨਾ, ਕਿਵੇਂ ਹੋਣਾ ਚਾਹੀਦਾ। ਕੀ ਤੁਹਾਨੂੰ ਲੱਗਦਾ ਹੈ ਕਿ ਬਤੌਰ ਕਹਾਣੀਕਾਰ ਵੀ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਸ਼ਾਇਦ ਕੋਈ ਕੋਰਸ ਹੋਣਾ ਚਾਹੀਦਾ ਹੈ, ਕਿਸੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਸ ਨੂੰ ਸਿਖਾਉਣ ਦਾ ਵੀ ਕੋਈ ਵੱਲ ਹੋਣਾ ਚਾਹੀਦਾ? ਹਾਂ, ਇਹ ਅੱਜ ਦੇ ਸਮੇਂ ਦੀ ਲੋੜ ਲੱਗਦੀ ਤੁਹਾਨੂੰ? ਇਹ ਤੁਹਾਡਾ ਮਹੱਤਵਪੂਰਨ ਸਵਾਲ ਹੈ। ਔਰ ਇਸ ਗੱਲ ਦੀ ਮੈਂ ਜਦੋਂ ਪੰਜਾਬੀ ਕਹਾਣੀ ਜਾਂ ਇਵਨ ਨਾਵਲ ਦੇ ਸੰਬੰਧ ਵਿੱਚ ਦੇਖਦਾ ਤਾਂ ਮੈਂ ਕਮੀ ਮਹਿਸੂਸ ਕਰਦਾ ਇਸ ਗੱਲ ਦੀ। ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸੰਸਥਾ ਇਸ ਰੂਪ 'ਚ ਨਹੀਂ ਹੈ ਕੰਮ ਕਰ ਰਹੀ ਜਿਹੜੀ ਪੰਜਾਬੀ ਕਹਾਣੀ ਤੇ ਹੀ ਫੋਕਸ ਕਰਕੇ, ਜਾਂ ਪੰਜਾਬੀ ਨਾਵਲ ਦੇ ਉੱਤੇ, ਜਿਹਨੂੰ ਇਹ ਗਲਪ ਦੀਆਂ ਵਿਧਾ ਨੇ ਕਿ ਜਿਹੜੀਆਂ ਇਹਨਾਂ ਤੇ ਫੋਕਸ ਕਰਕੇ ਸਪੈਸ਼ਲੀ ਇਸੇ ਤੇ ਹੀ ਕੰਮ ਕਰਕੇ ਤੇ ਨਵੇਂ ਸਿਖਿਆਰਥੀਆਂ ਨੂੰ ਇਸ ਗੱਲ ਦੀ ਖਾਸ ਮਹਾਰਤ ਹਾਸਲ ਕਰਨ ਲਈ ਯੋਗਦਾਨ ਦੇ ਰਹੀਆਂ। ਹੁਣ ਜਿੱਥੇ ਆਪਾਂ ਦੱਸ ਸਕੀਏ ਵੀ ਤੁਸੀਂ ਆਹ ਕੋਰਸ ਕਰੋ ਜਾਂ ਇੱਥੇ ਜਾਓ, ਇਹਦੇ ਬਾਰੇ ਨਾ ਥੋੜ੍ਹਾ ਜਿਹਾ ਸਾਡਾ ਜਿਹੜਾ ਵਤੀਰਾ ਹੈ ਪੰਜਾਬੀਆਂ ਦਾ, ਉਹ ਥੋੜ੍ਹਾ ਜਿਹਾ ਇਸ ਕਿਸਮ ਦਾ ਹੈ ਵੀ ਇਹ ਸਿਰਜਣਾ ਸਿਖਾਈ ਨਹੀਂ ਜਾ ਸਕਦੀ ਹੁੰਦੀ। ਅਸੀਂ ਇੱਕ ਮੋਟੀ ਜਿਹੀ ਧਾਰਨਾ ਬਣਾ ਲਈ ਆਪਣੇ ਮਨ ਦੇ ਵਿੱਚ। ਇਹ ਤਾਂ ਮੈਂ ਗੱਲ ਨਾਲ ਸਹਿਮਤ ਹਾਂ ਕਿ ਜੇ ਬੰਦੇ ਦੇ ਅੰਦਰ ਬਿਲਕੁਲ ਹੀ ਉਸ ਕਿਸਮ ਦੇ ਬੀਜ ਹੀ ਨਾ ਹੋਣ ਤਾਂ ਉਹਨੂੰ ਸ਼ਾਇਦ ਆਪਾਂ ਇਸ ਤਰ੍ਹਾਂ ਨਹੀਂ ਤਿਆਰ ਕਰ ਸਕਦੇ। ਪਰ
ਜੇ ਇਹ ਬੰਦੇ ਦੇ ਅੰਦਰ ਹਲਕੇ ਜਿਹੇ ਵੀ ਬੀਜ ਨੇ ਤਾਂ ਉਹਨੂੰ ਬਹੁਤ ਨਿਖਾਰਿਆ ਜਾ ਸਕਦਾ। ਸਗੋਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਲੋੜ ਹੈਗੀ ਹੈ। ਲੋੜ ਹੈ। ਇਸ ਕਰਕੇ ਕੰਮ ਜਿਹੜਾ ਫਿਲਹਾਲ ਹੈ ਉਹ ਇਉਂ ਹੀ ਚਲਾਉਣਾ ਪੈ ਰਿਹਾ ਹੈ ਕਿ ਕੋਈ MA ਪੰਜਾਬੀ ਕਰ ਰਿਹਾ ਹੈ, ਕੋਈ ਯੂਨੀਵਰਸਿਟੀ 'ਚ ਜਦੋਂ ਕੋਰਸ ਕਰਨ ਜਾ ਰਿਹਾ ਤੇ ਪੜ੍ਹਦਿਆਂ ਲਿਖਦਿਆਂ ਹੀ ਉਹ ਸਿੱਖਦਾ ਹੈ। ਹੋਰ ਇਸ ਤਰ੍ਹਾਂ ਦੇ ਅਦਾਰੇ ਨਹੀਂ ਹੈ। ਹੁਣ ਤਾਂ ਇਉਂ ਲੱਗਦਾ ਹੈ ਕਿ ਸ਼ਾਇਦ ਜਿਵੇਂ ਕਿ ਬਤੌਰ ਕਹਾਣੀਕਾਰ ਵੀ ਕਹਾਣੀਕਾਰ ਨੂੰ ਵੀ ਲਿਖਣ ਦੇ ਹੋਰ ਵੱਲ ਤਰੀਕੇ ਸਿੱਖਣੇ ਪੈਣਗੇ। ਮਸਲਨ ਕਿ ਕਹਾਣੀਕਾਰ ਤੋਂ ਅੱਜ ਕੱਲ੍ਹ ਤਵੱਕੋ ਕੀਤੀ ਜਾਂਦੀ ਹੈ ਕਿ ਯਾਰ ਤੂੰ ਸਕਰੀਨ ਪਲੇ ਵੀ ਲਿਖ ਦੇਂਗਾ ਸਾਡੀ ਕਹਾਣੀ ਦੇ ਫਿਲਮ ਦੇ ਹਿਸਾਬ ਦੇ ਨਾਲ ਜਾਂ ਟੈਲੀਵਿਜ਼ਨ ਦੇ ਹਿਸਾਬ ਦੇ ਨਾਲ। ਸੋ ਇਹ ਵੀ ਤਲਾਸ਼ਣ ਦੀਆਂ ਸੰਭਾਵਨਾਵਾਂ ਸਾਨੂੰ ਦੇਖਣੀਆਂ ਪੈਣਗੀਆਂ। ਬਹਰਹਾਲ ਸਮਾਂ ਉਨਾ ਕੁ ਮੇਰੇ ਹੱਥ ਬੰਨ੍ਹ ਲੈਂਦਾ ਵੀ ਮੈਂ ਹੁਣ ਕੀ ਕਰ ਸਕਦਾ। ਇੰਨੇ ਥੋੜ੍ਹੇ ਸਮੇਂ ਦੇ ਵਿੱਚ ਤੁਸੀਂ ਇੰਨੀ ਸਾਰੀ ਜਾਣਕਾਰੀ ਦਿੱਤੀ, ਕੋਈ ਇਹੋ ਜਿਹੀ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਚਾਹੁੰਦੇ ਹੋਵੋ ਕਿ ਹਾਂ ਯਾਰ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਸੀ? ਬਸ ਬੁਨਿਆਦੀ ਤੌਰ ਤੇ ਮੈਂ ਸਮਝਦਾ ਕਿ ਸਾਹਿਤ ਜਿਹੜਾ ਹੈ ਉਹ ਸਾਰੀਆਂ ਹੀ ਕੁਛ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਪਾਲਿਸੀਜ਼ ਕਿ ਉਹ ਗੁੱਠੇ ਲੱਗ ਰਿਹਾ ਸਾਡੇ ਵੱਡੇ ਵੱਡੇ ਅਦਾਰਿਆਂ ਵਿੱਚ ਵੀ, ਆਮ ਜ਼ਿੰਦਗੀ ਵਿੱਚ ਵੀ। ਮੈਂ ਸਮਝਦਾ ਕਿ ਇਹਦੀ ਮਹੱਤਤਾ ਨੂੰ ਕਦੇ ਵੀ ਆਪਾਂ ਪਿੱਛੇ ਨਹੀਂ ਰੱਖ ਸਕਦੇ, ਇਹ ਤੋਂ ਇਨਕਾਰ ਨਹੀਂ ਕਰ ਸਕਦੇ। ਇਹਦੇ ਲਈ ਜਿੰਨੇ ਵੀ ਅਦਾਰੇ ਨੇ ਸਰਕਾਰ ਦੇ ਪੱਧਰ ਤੇ ਨੇ ਜਾਂ ਦੂਸਰੇ ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਪਹਿਲੋਂ ਤੋਂ ਵੀ ਵੱਧ ਸ਼ਕਤੀਸ਼ਾਲੀ ਰੂਪ 'ਚ ਕੰਮ ਕਰਨਾ ਚਾਹੀਦਾ ਹੈ। ਇਕੱਲੀ ਕਹਾਣੀ ਦੀ ਗੱਲ ਹੀ ਨਹੀਂ, ਮੈਂ ਸਮੁੱਚੇ ਸਾਹਿਤ ਦੀ ਗੱਲ ਕਰ ਰਿਹਾ, ਕਿਉਂਕਿ ਬੰਦੇ ਨੂੰ ਹੋਰ ਖੂਬਸੂਰਤ ਬੰਦਾ ਬਣਾਉਣਾ, ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣਾ ਤੇ ਜੂਣਜਾ ਬਣਾਉਣਾ ਜਿਹੜਾ ਹੈ ਉਹ 'ਚ ਸਾਹਿਤ ਦੀ ਵੱਡੀ ਭੂਮਿਕਾ ਹਮੇਸ਼ਾ ਰਹਿਣੀ ਹੈ। ਤੇ ਉਸ ਭੂਮਿਕਾ ਨੂੰ ਸਾਹਮਣੇ ਰੱਖਦਿਆਂ ਹੋਇਆ ਬੰਦੇ ਨੂੰ ਮਸ਼ੀਨ ਬਣਨ ਤੋਂ ਰੋਕਣ ਲਈ ਬਹੁਤ ਵਧੀਆ ਜਿਹੜਾ ਹੈ ਸਾਹਿਤ ਹੈ, ਇਹਦੀ ਭੂਮਿਕਾ ਸਦਾ ਰਹਿਣੀ ਹੈ। ਉਹ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਬੇਹੱਦ ਖੂਬਸੂਰਤ। ਇਸੇ ਕਰਕੇ ਅਸੀਂ ਤੁਹਾਡੇ ਵਰਗੇ ਜਿਹੜੇ ਸੁਹਿਰਦ ਜਿਹੜੇ ਸਾਹਿਤਕਾਰ ਨੇ, ਕਹਾਣੀਕਾਰ ਨੇ, ਉਹਨਾਂ ਨੂੰ ਬਾਰ-ਬਾਰ ਸੱਦਾ ਦਿੰਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਇਹ ਹੋਕਾ ਜ਼ਰੂਰ ਜਾਵੇ ਕਿ ਬੰਦੇ ਨੂੰ ਬੰਦਾ ਬਣਾਉਣ ਦੇ ਲਈ, ਮਸ਼ੀਨ ਨਾ ਬਣਾਉਣ ਦੇ ਲਈ ਸਾਹਿਤ ਦੀ ਬਹੁਤ ਵੱਡੀ ਭੂਮਿਕਾ ਹੈ। ਇੰਨੇ ਥੋੜ੍ਹੇ ਸਮੇਂ 'ਚ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਰ ਬਹੁਤ ਸਾਰੀਆਂ ਗੱਲਾਂ ਰਹਿ ਵੀ ਗਈਆਂ। ਤੁਹਾਡਾ ਜ਼ਿਕਰ ਆਇਆ ਕਿ ਤੁਸੀਂ ਵੱਡੀ ਕਹਾਣੀ ਲਿਖੀ, ਤਾਂ ਮੇਰਾ ਸਵਾਲ ਇਹ ਬਣਦਾ ਸੀਗਾ ਕਿ ਵੱਡੀ ਕਹਾਣੀ ਦਾ ਮਤਲਬ ਛੋਟੀ ਵੀ ਹੋਏਗੀ। ਪਰ ਹੁਣ ਇਹ ਅਗਲੇ ਪ੍ਰੋਗਰਾਮ 'ਚ ਕਦੇ ਗੱਲ ਕਰਾਂਗੇ। ਤਦ ਤੱਕ ਦੇ ਲਈ ਅਸੀਂ ਦਰਸ਼ਕਾਂ ਤੋਂ ਵੀ ਇਜਾਜ਼ਤ ਲਈਏ, ਤੁਹਾਡੇ ਤੋਂ ਵੀ ਇਜਾਜ਼ਤ ਲਈਏ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੇ ਥੋੜ੍ਹੇ ਸਮੇਂ 'ਚ ਇੰਨੀ ਵੱਡਮੁੱਲੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਬਹੁਤ ਸ਼ੁਕਰੀਆ। ਸ਼ੁਕਰੀਆ।